हाँ जी स्टूडेंट्स, ਅੱਜ ਇਕਨੋਮਿਕਸ ਦੇ ਲੈਕਚਰ ਵਿੱਚ ਆਪਾਂ ਡਿਸਕਸ ਕਰਾਂਗੇ ਇਨਕਮ ਮੈਥਡ। ਜਿੱਦਾਂ ਆਪਾਂ ਕੱਲ੍ਹ ਨੈਸ਼ਨਲ ਇਨਕਮ ਜਿਹੜਾ ਪੜ੍ਹਿਆ ਸੀਗਾ ਕਿ ਨੈਸ਼ਨਲ ਇਨਕਮ ਨੂੰ ਜਿਹੜਾ ਹੈਗਾ ਹੈ ਕੈਲਕੂਲੇਟ ਕਰਨ ਵਾਸਤੇ ਮੇਜਰ ਕਰਨ ਵਾਸਤੇ ਤਿੰਨ ਮੈਥਡ ਹੈਗਾ। ਇੱਕ ਹੈਗਾ ਪ੍ਰੋਡਕਟ ਮੈਥਡ, ਦੂਸਰਾ ਇਨਕਮ ਮੈਥਡ, ਠੀਕ ਹੈ, ਜੋ ਕਿ ਦੂਸਰਾ ਮੈਥਡ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਹੁਣ ਇਸ ਮੈਥਡ ਦੇ ਅੰਦਰ ਨੈਸ਼ਨਲ ਇਨਕਮ ਜਿਹੜੀ ਕੈਲਕੂਲੇਟ ਕੀਤੀ ਜਾਂਦੀ ਹੈ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਪੇਮੈਂਟਸ ਹੈਗੀ ਕੀਤੀ ਜਾ ਰਹੀ ਹੈ, ਠੀਕ ਹੈ, ਉਹ ਜਿਹੜੀਆਂ ਹੈਗੀਆਂ ਪੇਮੈਂਟਸ ਕੀਤੀਆਂ ਜਾ ਰਹੀਆਂ ਪ੍ਰਾਇਮਰੀ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ, ਠੀਕ ਹੈ, ਡੋਮੈਸਟਿਕ ਟੈਰੀਟਰੀ ਆਫ ਦ ਕੰਟਰੀ ਦੇ ਵਿੱਚ ਸਪੈਸੀਫਿਕ ਫਾਈਨੈਂਸ਼ੀਅਲ ਈਅਰ ਵਿੱਚ ਉਹਨੂੰ ਸਾਰਿਆਂ ਨੂੰ ਕੀ ਕਰ ਦੇਣਾ, ਐਡ ਕਰਨਾ। ਯਾਨੀ ਕਿ ਜਿੰਨੀ ਵੀ ਪੇਮੈਂਟ ਮੇਡ ਹੋ ਰਹੀ ਹੈ, ਠੀਕ ਹੈ, ਫੈਕਟਰ ਆਫ ਪ੍ਰੋਡਕਸ਼ਨ ਪਰਪਸ ਵਾਸਤੇ ਵਿਦਿਨ ਕੰਟਰੀ ਫਾਈਨੈਂਸ਼ੀਅਲ ਈਅਰ ਦੇ ਦੌਰਾਨ ਉਹਨੂੰ ਸਾਰਿਆਂ ਨੂੰ ਆਪਾਂ ਸਮ ਅਪ ਕਰ ਦਾਂਗੇ ਜੇ ਸਾਡੀ ਨੈਸ਼ਨਲ ਇਨਕਮ ਕੈਲਕੂਲੇਟ ਹੋਏਗੀ। ਇਸ ਮੈਥਡ ਨੂੰ ਫੈਕਟਰ ਪੇਮੈਂਟ ਮੈਥਡ, ਡਿਸਟਰੀਬਿਊਸ਼ਨ ਸ਼ੇਅਰ ਮੈਥਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਇਹਦੇ ਵਿੱਚ ਜਿਹੜੀ ਹੈਗੀ ਹੈ ਆਲ ਟਾਈਪ ਆਫ ਇਨਕਮ ਜਿਹੜੀ ਕਿ ਸਾਨੂੰ ਫੈਕਟਰ ਆਫ ਪ੍ਰੋਡਕਸ਼ਨ ਜਿੱਦਾਂ ਰੈਂਟ, ਵੇਜਸ, ਇੰਟਰਸਟ ਐਂਡ ਪ੍ਰੋਫਿਟ ਤੋਂ ਜਿਹੜੀ ਅਰਨਿੰਗ ਹੁੰਦੀ ਹੈ ਉਹ ਸਾਰੀ ਜਿਹੜੀ ਇਨਕਮ ਇਹਦੇ ਵਿੱਚ ਇਨਕਲੂਡ ਹੁੰਦੀ ਹੈ, ਠੀਕ ਹੈ। ਯਾਨੀ ਕਿ ਰੈਂਟ, ਵੇਜਸ, ਇੰਟਰਸਟ ਐਂਡ ਪ੍ਰੋਫਿਟ ਇਹ ਵਾਲੀ ਇਨਕਮ ਜਿਹੜੀ ਫੈਕਟਰ ਆਫ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਆ ਉਹ ਇਹਦੇ ਵਿੱਚ ਇਨਕਲੂਡ ਹੁੰਦੀ ਹੈ। ਹੁਣ ਦੇਖੋ ਇਹਦੇ ਅੱਗੇ ਹੈਗੇ ਸਟੈਪਸ ਇਨ ਇਨਕਮ ਮੈਥਡ। ਹੁਣ ਸਟੈਪਸ ਕੀ ਇਨਕਮ ਮੈਥਡ ਵਿੱਚ ਸਭ ਤੋਂ ਪਹਿਲਾਂ ਇਨਕਮ ਮੈਥਡ ਵਿੱਚ ਕੀ ਕਰਨਾ ਹੈ, ਕਲਾਸੀਫਿਕੇਸ਼ਨ ਆਫ ਇੰਟਰਪ੍ਰਾਈਜ਼ਸ, ਕਿ ਇੰਟਰਪ੍ਰਾਈਜ਼ਸ ਨੂੰ ਕਲਾਸੀਫਾਈਡ ਕਰਨਾ ਹੈ। ਇਹ ਜੋ ਫਸਟ ਸਟੈਪ ਹੈਗਾ ਇਨਕਮ ਮੈਥਡ ਦਾ, ਇਹਦੇ ਵਿੱਚ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨਾ ਹੈ ਕਿ ਜੋ ਸਾਨੂੰ ਇਨਕਮ ਹੋ ਰਹੀ ਹੈ, ਠੀਕ ਹੈ, ਕਿਤੋਂ ਹੋ ਰਹੀ ਹੈ, ਪ੍ਰਾਇਮਰੀ ਸੈਕਟਰ ਤੋਂ ਹੋ ਰਹੀ ਹੈ, ਸੈਕੰਡਰੀ 'ਚ ਹੋ ਰਹੀ ਹੈ, ਟੈਰੀਟਰੀ 'ਚ ਹੋ ਰਹੀ ਹੈ, ਠੀਕ ਹੈ। ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਕੈਲਕੂਲੇਟ ਕਰਨਾ। ਪ੍ਰਾਇਮਰੀ ਸੈਕਟਰ ਕਿਹੜੇ ਹੁੰਦੇ, ਜਿਹੜੇ ਕਿ ਐਗਰੀਕਲਚਰ 'ਚ ਇਨਵੋਲਵਡ ਹੈ, ਠੀਕ ਹੈ। ਫਿਰ ਜਿਹੜੇ ਮਤਲਬ ਕਿ ਫਿਸ਼ਿੰਗ ਵਿੱਚ ਇਨਵੋਲਵਡ ਹੈ, ਐਗਰੀਕਲਚਰ ਵਿੱਚ ਇਨਵੋਲਵਡ ਹੈ, ਅਗਰ ਉੱਥੋਂ ਕੋਈ ਇਨਕਮ ਹੋ ਰਹੀ ਹੈ ਤਾਂ ਉਹ ਪ੍ਰਾਇਮਰੀ ਸੈਕਟਰ ਦੀ ਹੈ। ਐਂਡ ਸੈਕੰਡਰੀ ਸੈਕਟਰ ਦੀ ਜਿਹੜੀ ਇਨਕਮ ਹੈ ਉਹ ਕਿਹੜੀ ਹੈਗੀ ਹੈ, ਉਹ ਜਿੱਦਾਂ ਸਾਡੀ ਟੈਕਸਟਾਈਲ ਇੰਡਸਟਰੀਜ਼ ਜਿਹੜੀਆਂ ਇੰਡਸਟਰੀਜ਼ ਤੋਂ ਹੋ ਰਹੀਆਂ ਉਹ ਸੈਕੰਡਰੀ ਹੈਗੀ ਹੈ। ਅਤੇ ਟੈਰੀਟਰੀ ਕਿਹੜੀ ਹੈਗੀ ਹੈ, ਟੈਰੀਟਰੀ ਇਨਕਮ ਜਿਹੜੀ ਸਾਨੂੰ ਸਰਵਿਸ ਸੈਕਟਰ, ਬੈਂਕਿੰਗ, ਟਰਾਂਸਪੋਰਟੇਸ਼ਨ, ਠੀਕ ਹੈ, ਇੰਸ਼ੋਰੈਂਸ, ਇੱਥੋਂ ਅਗਰ ਕੋਈ ਸਾਨੂੰ ਇਨਕਮ ਹੋ ਰਹੀ ਹੈ ਡੈਟ ਇਜ਼ ਅ ਟੈਰੀਟਰੀ ਸੈਕਟਰ। ਅੱਗੇ ਨੈਕਸਟ ਇਹਦੇ ਵਿੱਚ ਹੈਗਾ ਕਲਾਸੀਫਿਕੇਸ਼ਨ ਆਫ ਦਾ ਫੈਕਟਰ ਆਫ ਇਨਕਮ। ਮਤਲਬ ਕਿ ਜਦੋਂ ਅਸੀਂ ਇੰਟਰਪ੍ਰਾਈਜ਼ਸ ਤੋਂ ਕੀ ਇਨਕਮ ਹੋ ਰਹੀ ਹੈ ਉਹ ਪਤਾ ਲੱਗ ਗਿਆ, ਫਿਰ ਅਸੀਂ ਫੈਕਟਰ ਆਫ ਇਨਕਮ ਕਿ ਫੈਕਟਰ ਆਫ ਇਨਕਮ ਜੋ ਹੈ ਸਾਨੂੰ ਕਿੱਥੋਂ ਹੋ ਰਹੀ ਹੈ ਆਪਾਂ ਉਹਨੂੰ ਫੈਕਟਰ ਆਫ ਇਨਕਮ ਨੂੰ ਕਲਾਸੀਫਾਈਡ ਕਰਦੇ ਹਾਂ, ਠੀਕ ਹੈ। ਇਸ ਸਟੈਪ ਦੇ ਵਿੱਚ ਫੈਕਟਰ ਇਨਕਮ ਨੂੰ ਕਲਾਸੀਫਾਈ ਕਰਦੇ ਹਾਂ ਐਂਡ ਇਹਦਾ ਜੋ ਹੈ ਸਮ ਟੋਟਲ ਕੈਲਕੂਲੇਟ ਕਰਕੇ ਜੋ ਡੋਮੈਸਟਿਕ ਟੈਰੀਟਰੀ ਵਿੱਚ ਇਨਕਮ ਹੋ ਰਹੀ ਹੈ ਸਾਲ ਦੇ ਵਿੱਚ ਉਹਨੂੰ ਸਮ ਟੋਟਲ ਕਰਕੇ ਫਿਰ ਅਸੀਂ ਅੱਗੇ ਕੈਲਕੂਲੇਟ ਕਰਦੇ ਹਾਂ। ਹੁਣ ਜਿਹੜੀ ਇਨਕਮ ਜਿਹੜੀ ਕੈਲਕੂਲੇਟ ਕਰਨੀ ਹੈ ਉਹ ਦੇਖਣਾ ਕੰਪਨਸੇਸ਼ਨ ਆਫ ਇੰਪਲੋਈ। ਕੰਪਨਸੇਸ਼ਨ ਆਫ ਇੰਪਲੋਈ ਮਤਲਬ ਕਿ ਜਿੱਦਾਂ ਓਨਰ ਜਿਹੜਾ ਹੈਗਾ, ਜਿਹੜਾ ਮਤਲਬ ਕਿ ਪ੍ਰੋਡਿਊਸਰ ਹੈਗਾ, ਉਹਨੇ ਜੋ ਵੀ ਕੋਈ ਲੇਬਰ ਰੱਖੀ ਹੈ, ਉਹਨੂੰ ਜੋ ਵੀ ਕੋਈ ਪੇਮੈਂਟ ਕਰ ਰਿਹਾ ਹੈ ਉਹਨੂੰ ਕਹਿੰਦੇ ਕੰਪਨਸੇਸ਼ਨ ਆਫ ਦਾ ਇੰਪਲੋਈ। ਯਾਨੀ ਕਿ ਪ੍ਰੋਡਿਊਸਰ ਦੇ ਦੁਆਰਾ ਲੇਬਰ ਨੂੰ ਜੋ ਵੀ ਸੈਲਰੀ ਦਿੱਤੀ ਜਾ ਰਹੀ ਹੈ, ਵੇਸਿਸ ਦਿੱਤੀ ਜਾ ਰਹੀ ਹੈ, ਕੁਝ ਵੀ ਦਿੱਤਾ ਜਾ ਰਿਹਾ ਉਹਨੂੰ ਕੰਪਨਸੇਸ਼ਨ ਆਫ ਇੰਪਲੋਈ। ਐਂਡ ਇਹਦੇ ਵਿੱਚ ਵੇਸਿਸ, ਸੈਲਰੀਜ਼ ਚਾਹੇ ਕੈਸ਼ ਹੋਵੇ ਜਾਂ ਇਨ ਕਾਇੰਡ ਹੋਵੇ ਉਹ ਇਨਕਲੂਡ ਹੁੰਦੀ ਹੈ। ਇਹਦੇ ਵਿੱਚ ਰਿਟਾਇਰਮੈਂਟ ਜਾਂ ਪੈਨਸ਼ਨ, ਠੀਕ ਹੈ, ਉਹ ਇਨਕਲੂਡ ਹੁੰਦੀ ਹੈ। ਫਿਰ ਇਹਦੇ ਵਿੱਚ ਜੋ ਐਕੋਮੋਡੇਸ਼ਨ ਦਿੱਤੀ ਜਾਂਦੀ ਹੈ, ਹੈਲਥ ਸਰਵਿਸ ਦਿੱਤੀ ਜਾਂਦੀ ਹੈ ਓਨਰ ਦੇ ਦੁਆਰਾ, ਉਹ ਇਨਕਲੂਡ ਹੁੰਦੀ ਹੈ। ਫਿਰ ਇਹਦੇ ਬਾਅਦ ਜਿਹੜਾ ਇੰਪਲੋਇਰ ਜੋ ਹੈ ਸੋਸ਼ਲ ਸਿਕਿਉਰਿਟੀਜ਼ ਪ੍ਰੋਵਾਈਡ ਕਰਦਾ ਇੰਪਲੋਈ ਨੂੰ, ਉਹ ਇਨਕਲੂਡ ਹੁੰਦੀ ਹੈ। ਜਾਂ ਕੋਈ ਬੋਨਸ, ਕਮਿਸ਼ਨ, ਗ੍ਰੈਚੁਟੀ, ਕੁਝ ਵੀ ਜੋ ਇੰਪਲੋਇਰ ਦੇ ਦੁਆਰਾ ਜੋ ਹੈ ਵਰਕਰ ਨੂੰ ਦਿੱਤੀ ਜਾ ਰਹੀ ਹੈ ਉਹ ਸਭ ਕੁਝ ਇਹਦੇ ਵਿੱਚ ਇਨਕਲੂਡ ਹੁੰਦਾ ਹੈ, ਠੀਕ ਹੈ। ਇੱਕ ਤਾਂ ਇਹ ਹੋ ਗਈ ਕੰਪਨਸੇਸ਼ਨ ਇਨਕਮ ਹੋ ਗਈ। ਕੰਪਨਸੇਸ਼ਨ ਇਨਕਮ ਇਨਕਲੂਡ ਕਰਦੇ ਹਾਂ। ਦੂਸਰੇ ਟਾਈਪ ਦੀ ਇਨਕਮ ਹੁੰਦੀ ਹੈ ਆਪਰੇਟਿੰਗ ਸਰਪਲਸ। ਆਪਰੇਟਿੰਗ ਸਰਪਲਸ ਕੀ ਹੈ ਕਿ ਇਹ ਉਹ ਇਨਕਮ ਹੈ ਜਿਹੜੀ ਕਿ ਪ੍ਰੋਪਰਟੀ ਜਾਂ ਬਿਜ਼ਨਸਮੈਨ ਨੂੰ ਹੋ ਰਹੀ ਹੈ, ਠੀਕ ਹੈ। ਇਹ ਕਿੱਥੋਂ ਹੋ ਰਹੀ ਹੈ, ਰੈਂਟ ਤੋਂ, ਰਾਇਲਟੀ ਤੋਂ, ਜਾਂ ਫਿਰ ਕੈਪੀਟਲ ਤੋਂ ਜਾਂ ਪ੍ਰੋਫਿਟ ਤੋਂ, ਕਿਤੋਂ ਵੀ ਜਿਹੜੀ ਇਹ ਇਨਕਮ ਹੋ ਰਹੀ ਹੈ ਉਹ ਇਹਦੇ ਵਿੱਚ ਕਾਊਂਟ ਕੀਤੀ ਜਾਂਦੀ ਹੈ। ਪ੍ਰੋਫਿਟ ਦੇ ਵਿੱਚ ਡਿਵੀਡੈਂਡ, ਕਾਰਪੋਰੇਸ਼ਨ ਟੈਕਸ ਜਾਂ ਕਾਰਪੋਰੇਸ਼ਨ ਸੇਵਿੰਗ, ਠੀਕ ਹੈ, ਜਾਂ ਕਿਸੇ ਵੀ ਤਰੀਕੇ ਦਾ ਅਨਡਿਸਟ੍ਰੀਬਿਊਟਡ ਜਿਹੜਾ ਹੈਗਾ ਪ੍ਰੋਫਿਟ ਉਹ ਸਭ ਇਹਦੇ ਵਿੱਚ ਇਨਕਲੂਡ ਹੁੰਦਾ ਹੈ। ਆਪਰੇਟਿੰਗ ਸਰਪਲਸ ਦੇਖੋ ਕਿੱਦਾਂ ਕੈਲਕੂਲੇਟ ਕਰਨਾ, ਰੈਂਟ ਪਲੱਸ ਇੰਟਰਸਟ ਪਲੱਸ ਪ੍ਰੋਫਿਟ, ਠੀਕ ਹੈ। ਇਹ ਹੋ ਗਈ ਦੂਸਰੇ ਤਰੀਕੇ ਦੀ ਇਨਕਮ, ਇਹ ਵੀ ਵਿੱਚ ਇਨਕਲੂਡ ਕਰਦੇ ਹਾਂ। ਤੀਸਰੀ ਹੈ ਮਿਕਸਡ ਇਨਕਮ ਔਰ ਸੈਲਫ ਇੰਪਲੋਇਡ ਇਨਕਮ। ਹੁਣ ਇਹ ਕਿਹੜੀ ਇਨਕਮ ਹੈ, ਇਹ ਉਹ ਇਨਕਮ ਹੈ ਜਿਹਦੇ ਵਿੱਚ ਵਰਕਰ ਨੇ ਜੋ ਹੈ ਇਕੋਨਮੀ ਦੇ ਵਿੱਚ ਆਪਣੇ ਆਪ ਨੂੰ ਆਪ ਸੈਲਫ ਇੰਪਲੋਇਡ ਕੀਤਾ, ਆਪਣੀ ਅਰਨਿੰਗ ਆਪ ਕਰ ਰਿਹਾ, ਆਪ ਕੰਮ ਕਰ ਰਿਹਾ, ਆਪ ਪ੍ਰੋਡਕਸ਼ਨ ਕਰ ਰਿਹਾ, ਆਪ ਮਤਲਬ ਕਿ ਉਹਨੇ ਕੋਈ ਸਮਾਲ ਯੂਨਿਟ ਲਗਾਈ ਹੋਈ ਹੈ ਔਰ ਕੰਮ ਕਰ ਰਿਹਾ, ਠੀਕ ਹੈ। ਇਹਨੂੰ ਕਹਿੰਦੇ ਹੈ ਮਿਕਸਡ ਇਨਕਮ। ਔਰ ਸਟੈਪ ਥਰਡ ਕੀ ਹੈਗਾ ਕਿ ਜਿੰਨੀਆਂ ਵੀ ਇਹ ਇਨਕਮ ਹੈਗੀਆਂ ਜਿਹਦਾ ਕੰਪਨਸੇਸ਼ਨ ਇਨਕਮ ਹੈ, ਆਪਰੇਟਿੰਗ ਸਰਪਲਸ ਹੈਗੀ ਹੈ, ਮਿਕਸਡ ਇਨਕਮ ਹੈਗੀ ਹੈ, ਤੀਸਰੇ ਸਟੈਪ 'ਚ ਉਹ ਤਿੰਨੋਂ ਇਨਕਮ ਨੂੰ ਅਸੀਂ ਕੀ ਕਰ ਦੇਣਾ, ਪਲੱਸ ਕਰ ਦੇਣਾ। ਐਂਡ ਫੋਰਥ ਸਟੈਪ ਦੇ ਵਿੱਚ ਐਸਟੀਮੇਟ ਕਰਨੀ ਹੈ ਨੈਸ਼ਨਲ ਇਨਕਮ। ਨੈਸ਼ਨਲ ਇਨਕਮ ਕਿੱਦਾਂ ਕਰਨੀ ਹੈ ਕਿ ਜੋ ਵੀ ਸਾਡੇ ਕੋਲ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕੋਸਟ ਨਿਕਲਿਆ ਹੈ ਉਹਦੇ ਵਿੱਚ ਅਸੀਂ ਇਨਕਮ ਅਰਨ ਫਰੋਮ ਅਬਰੋਡ ਪਲੱਸ ਕਰ ਦਾਂਗੇ ਅਤੇ ਸਾਡੀ ਨੈਸ਼ਨਲ ਇਨਕਮ
कैलकुलेट हो जाएगी। हुण देखो हुण इहदे विच भी जदों इनकम मैथड कैलकुलेट करना है, इहदे विच भी कुछ प्रिकॉशनस है जिन्हां नूं फॉलो करना है। जिद्दां ट्रांसफर पेमेंट्स नॉट इनकलूडिड, ट्रांसफर पेमेंट जिद्दां मतलब कि कोई गवर्नमेंट ने कोई भी इदां तुहानूं ग्रैचुटी दित्ती, कुछ भी गवर्नमेंट ने कुछ इदां दित्ता, वो जो इहदे विच इनकलूडिड नहीं हैगा। ठीक है, इलीगल एक्टिविटी यानी कि जिहड़ा अनएम्पलॉयड अलाउंसिस वगैरह, स्कॉलरशिप, ठीक है, ट्रांसफर पेमेंट विच इत्थे आएगा अनएम्पलॉयमेंट अलाउंसिस, ठीक है, फिर ये आ गया स्कॉलरशिप, ठीक है, ये सब कुछ ये इनकलूडिड नहीं है। फिर इलीगल एक्टिविटीज़ कोई इलीगल तरीके दे नाल अगर पैसा कमाया गया वो भी ये इनकलूड नहीं है। विनफॉल गेम्स कोई लॉटरी वगैरह लग गई वो भी ये नैशनल इनकम असीं इनकलूड नहीं करते। सैकेंड हैंड गुड्स जिहड़ियां हैगियां, ठीक है, अगर वो कोई अर्निंग हो रही है वो भी असीं नैशनल इनकम इनकलूड नहीं करते। फाइनैशियल इन्वेस्टमेंट वो भी नैशनल इनकम इनकलूड नहीं करते। बट जो कमीशन जो सैकेंड हैंड जिहड़ी हैगी वो इनकलूड करते हैं क्योंकि वो फर्स्ट टाइम ट्रांजैक्शन हो रही है, इस करके वो इनकलूड करते हैं। फिर बोनस पेंशन हुण पिछले प्रोडक्ट मैथड विच बोनस पेंशन भी इनकलूड नहीं करते सी, बट इत्थे जिहड़ा हैगा असीं इनकलूड करते हैं। या सोशल सिक्योरिटी विच जे अगर कोई पेमेंट की गई है इंपलॉयर के द्वारा वो भी इनकलूड करते हैं। पेमेंट इन काइंड हुण जो सैलरीज, ठीक है, वेजेस, ये सब कुछ भी असीं नैशनल इनकम काउंट करन लगे इनकलूड करते हैं। इहदे विच रेंट भी जो है चाहे इंपोर्टेड रेंट है चाहे किसी तरीके का भी रेंट है वो भी इनकलूड करते हैं। हुण इहदे सैल्फ कंजप्शन गुड्स जिहड़ियां हैगियां जो सैल्फ कंज्यूम करने वास्ते गुड्स प्रोड्यूस कीतियां जा रही ओनर के द्वारा वो भी इनकलूड कीतियां जांदियां। लेयर टाइम एक्टिविटी जो है वो इनकलूड नहीं की जाती, ठीक है। सर्विसिज फॉर द सैल्फ कंजप्शन नॉट इनकलूडिड। अगर मतलब कि वो टीचर वाला एग्जाम्पल आ गया कि टीचर अगर अपने बच्चे नूं पढ़ा रहा है, अपने रिलेटिव नूं पढ़ा रहा है तो वो इत्थे इनकलूड नहीं किया जाऊगा, ठीक है। यानी कि ये प्रिकॉशनस फॉलो करते हुए असीं नैशनल इनकम कैलकुलेट करते हैं। हुण जिहड़ियां चीज़ां इहदे विच इनकलूडिड नहीं होंदियां, जो अपने नैशनल इनकम काउंट करनी है उन्होंने विच ऐड नहीं करना, ठीक है, उन्होंने डिडक्ट कर देना है अगर उत्थों कोई इनकम हो रही है। एंड जिहड़ियां इनकलूड करते हैं जिद्दां कमीशन इनकलूड करते हैं, बोनस इनकलूड करते हैं, कॉन्ट्रीब्यूटर इनकलूड करते हैं, इन्हां नूं असीं उहदे विच ऐड अप करके सानूं नैशनल इनकम जो है कैलकुलेट होएगी। थैंक यू स्टूडेंट्स।